मिलवै अंतर बल अधिकार। बंतर की सेना सेवियै मन तन जुझ अपार। सीता लै गया दैसरो लक्ष्मण मोह सराफ। नानक करता करनहार कर विखै थाप उथाप। मन में चूरै रामचंद सीता लक्ष्मण जोग। हणवंतर आराध्या आया कर संजोग। भूला दैंत न समझई तिन प्रभु किए काम। नानक वे परवासो किरत न मिटहि राम। भूला दैंत न समझई तिन प्रभु किए काम। नानक वे परवासो किरत न मिटहि राम। वाहिगुरु जी का खालसा वाहिगुरु जी की फतेह। ਸਲੋਕ ਵਾਰਾਂ ਤੇ ਵਧੀਕ ਬਾਣੀ ਦੀ ਜੋ ਲੜੀਵਾਰ ਵਿਚਾਰ ਆਪਾਂ ਆਰੰਭ ਕੀਤੀ ਹੈ ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 25 ਨੰਬਰ ਅਤੇ 26 ਨੰਬਰ ਦੋ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ। ਵੈਸੇ ਆਪਾਂ ਸ਼ੁਰੂ ਤੋਂ ਲੈ ਕੇ ਇੱਕ ਸਲੋਕ ਤੋਂ ਲੈ ਕੇ 24 ਨੰਬਰ ਸਲੋਕ ਤੱਕ ਇੱਕ ਇੱਕ ਸਲੋਕ ਦੀ ਵਿਚਾਰ ਸਾਂਝੀ ਕੀਤੀ ਹੈ, ਪਰ ਅੱਜ ਆਪਾਂ ਦੋ ਸਲੋਕ ਇਕੱਠੇ ਪੜ੍ਹੇ ਨੇ 25 ਨੰਬਰ ਅਤੇ 26 ਨੰਬਰ। ਉਹਦੇ ਪਿੱਛੇ ਕਾਰਨ ਹੈ ਕਿ ਇਹਨਾਂ ਦੋਨਾਂ ਸਲੋਕਾਂ ਦਾ ਵਿਸ਼ਾ ਇੱਕ ਹੈ ਅਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੋਨਾਂ ਸਲੋਕਾਂ ਨੂੰ ਰਲ ਕੇ ਵਿਚਾਰਨ ਦੀ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰਵਾਦ ਦਾ ਜੋ ਖੰਡਨ ਕੀਤਾ ਹੈ ਅਤੇ ਦੱਸਿਆ ਹੈ ਕਿ ਭਾਈ ਜੋ ਜਨਮ ਲੈਂਦਾ ਹੈ ਅਤੇ ਦੁਨੀਆ 'ਤੇ ਜਨਮ ਲੈਣ ਤੋਂ ਬਾਅਦ ਚੜ੍ਹਾਈ ਕਰ ਜਾਂਦਾ ਹੈ ਉਹ ਪਰਮਾਤਮਾ ਨਹੀਂ ਹੋ ਸਕਦਾ, ਕਿਉਂਕਿ ਪਰਮਾਤਮਾ ਅਕਾਲ ਪੁਰਖ ਜੰਮਣ ਮਰਨ ਤੋਂ ਰਹਿਤ ਹੈ। ਉਹਦੇ ਬਾਰੇ ਬਾਣੀ 'ਚ ਅਜੂਨੀ ਸ਼ਬਦ ਵਰਤਿਆ ਹੈ। ਉਹਦੇ ਵਾਸਤੇ ਬਾਣੀ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਹੈ ਪੀ ਹੋਸੀ ਜਾਏ, ਜਾ ਦਾ ਅਰਥ ਹੈ ਜੰਮਣਾ। ਜਿਹਦਾ ਜਨਮ ਹੀ ਨਹੀਂ ਹੋਇਆ ਉਹ ਦੁਨੀਆ ਤੋਂ ਜਾਏਗਾ ਕਿਵੇਂ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ। ਜੋ ਉਪਜਿਆ ਹੈ ਉਹਨੇ ਬਿਨਸਣਾ ਵੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ। ਤੋ ਸਤਿਗੁਰ ਨੇ ਬਾਣੀ ਵਿੱਚ ਇਸ ਪ੍ਰਥਾਏ ਅਨੇਕਾਂ ਸ਼ਬਦ ਵਰਤੇ ਨੇ ਅਤੇ ਇਹਨਾਂ ਦੋਨਾਂ ਸਲੋਕਾਂ ਵਿੱਚ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਰਾਮਚੰਦਰ ਜੀ ਦੀ, ਲਛਮਣ ਦੀ, ਸੀਤਾ ਦੀ, ਰਾਵਣ ਦੀ, ਹਨੂੰਮਾਨ ਜੀ ਦੀ, ਇਹ ਸ਼ਬਦ ਵਰਤ ਕੇ, ਕਿਉਂਕਿ ਵੇਖੋ ਸਾਡਾ ਪਹਿਲ ਦੇ ਆਧਾਰ 'ਤੇ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਪੱਖ ਗੁਰਬਾਣੀ ਦਾ ਜੋ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਉਹ ਸਮਾਜ ਦੇ ਸਾਹਮਣੇ ਪੇਸ਼ ਕਰੀਏ। ਜਿਹਨਾਂ ਦੇ ਮਤ ਜਾਂ ਜਿਹੜੇ ਲੋਕ ਸੰਸਾਰ 'ਤੇ ਇਹਨਾਂ ਨੂੰ ਆਪਣੇ ਇਸ਼ਟ ਰਹਿਬਰ ਮੰਨਦੇ ਨੇ ਉਹਨਾਂ ਵਾਸਤੇ ਉਹ ਪੂਜਣਯੋਗ ਨੇ। ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਹਨਾਂ ਬਾਰੇ ਕੋਈ ਐਸੇ ਇਤਰਾਜ਼ਯੋਗ ਸ਼ਬਦ ਨਾ ਬੋਲੀਏ ਜਿਹਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਜਿਹਦੇ ਨਾਲ ਉਹ ਬਹਾਨਾ ਬਣਾਉਣ ਕੇ ਵੇਖੋ ਜੀ ਸਾਡੇ ਇਸ਼ਟ ਬਾਰੇ ਕੋਈ ਇੱਦਾਂ ਦਾ ਸ਼ਬਦ ਬੋਲਿਆ ਗਿਆ। ਗੁਰੂ ਸਾਹਿਬ ਨੇ ਵੀ ਬਾਣੀ ਵਿੱਚ ਇੱਦਾਂ ਦੇ ਸ਼ਬਦ ਬਾਰ-ਬਾਰ ਵਰਤੇ ਨੇ। ਜੋ ਸਮਾਜ ਦੇ ਸਾਹਮਣੇ ਸੱਚ ਹੈ ਉਹ ਪੇਸ਼ ਕੀਤਾ ਹੈ ਅਤੇ ਵਾਰੇ ਜਾਈਏ ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਮਹਾਨ ਯੋਧਿਆਂ ਦੀ ਸੋਚ ਤੋਂ, ਜਿਹੜੇ ਜਦੋਂ ਬਾਣੀ ਦੇ ਅਰਥ ਕਰਦੇ ਨੇ, ਭਾਵ ਅਰਥ ਸੰਗਤ ਨੂੰ ਸਮਝਾਉਂਦੇ ਨੇ। ਉਹਨਾਂ ਨੇ ਆਪਣੇ ਦਰਪਣ ਲਿਖਣ ਵਕਤ ਹਰ ਸ਼ਬਦ ਦੇ ਨਾਲ ਜਿੱਥੇ ਕੋਈ ਉਲਝਣ ਲੱਗੀ ਉਹਦੇ ਨਾਲ ਨੋਟ ਦਿੱਤਾ ਹੈ ਤਾਂ ਕਿ ਸਮਝਣ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ। ਹੁਣ ਇਸ ਸਲੋਕ ਨੂੰ ਆਪਾਂ ਜਦੋਂ ਧਿਆਨ ਨਾਲ ਸਮਝਾਂਗੇ ਤੇ ਸਲੋਕ ਦੀਆਂ ਅਖੀਰਲੀਆਂ ਤੁਕਾਂ ਨੇ ਨਾਨਕ ਕਰਤਾ ਕਰਨਹਾਰ। ਹੇ ਨਾਨਕ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨਹਾਰ ਹੈ। ਕਰ ਵਿਖੈ ਥਾਪ ਉਥਾਪ, ਥਾਪਣਾ ਤੇ ਉਥਾਪਣਾ ਭਾਵ ਪੈਦਾ ਕਰਨਾ ਤੇ ਨਾਸ਼ ਕਰਨਾ। ਕਹਿੰਦੇ ਸਭ ਕੁਝ ਉਹਦੇ ਹੁਕਮ ਵਿੱਚ ਹੈ। ਉਹ ਬੇਪਰਵਾਹ ਹੈ। ਸਭ ਤੋਂ ਮੇਨ ਵੱਡਾ ਗੁਣ ਉਹਦਾ ਹੈ ਕਿ ਉਹ ਮਾਲਕ ਆਪ ਬੇਪਰਵਾਹ ਹੈ ਅਤੇ ਆਪ ਸਭ ਕੁਝ ਕਰਨ ਦੇ ਯੋਗ ਹੈ।
ਹੁਣ ਗੱਲ ਇੱਥੇ ਅਵਤਾਰਵਾਦ ਦੀ ਹੈ ਕਿ ਜਿਹੜਾ ਅਵਤਾਰਵਾਦ ਦਾ ਖੰਡਨ ਹੈ, ਜਿਹੜਾ ਪੈਦਾ ਹੋਇਆ ਦੁਨੀਆ ਤੋਂ ਚਲਾ ਗਿਆ, ਖੇਡਾਂ ਕੀਤੀਆਂ, ਤੇ ਸਾਡੇ ਸਮਾਜ ਦੇ ਵਿੱਚ ਅੱਜ ਵੀ ਐਸੇ ਸ਼ਬਦ ਬੋਲੇ ਜਾਂਦੇ ਨੇ, ਨਾਲ ਭਗਵਾਨ ਕਹਿਣਗੇ ਤੇ ਨਾਲ ਕਹਿਣਗੇ ਭਗਵਾਨ ਦਾ ਜਨਮ ਦਿਨ ਮਨਾਇਆ ਜਾ ਰਿਹਾ। ਹੁਣ ਜੇ ਜਨਮ ਦਿਨ ਮਨਾਇਆ ਜਾ ਰਿਹਾ ਫਿਰ ਭਗਵਾਨ ਨਹੀਂ ਹੋ ਸਕਦਾ, ਕਿਉਂਕਿ ਬਾਣੀ ਵਿੱਚ ਅਨੇਕਾਂ ਸ਼ਬਦ ਇੱਦਾਂ ਦੇ ਵਰਤੇ ਹੋਏ ਜਿੱਥੇ ਸਾਨੂੰ ਇਹਨਾਂ ਭੁਲੇਖਿਆਂ ਚੋਂ ਬਾਹਰ ਕੱਢੇ। ਹੁਣ ਸਾਹਿਬ ਸਮਝਾਉਂਦੇ ਨੇ ਰਾਮ ਝੁਰੈ। ਹੁਣ ਜਿਹੜਾ ਪ੍ਰਮਾਤਮਾ ਹੈ ਉਹ ਤੇ ਨਾ ਉਹ ਮਰੈ ਨਾ ਹੋਵੈ, ਸੋਗ ਦਿੰਦਾ ਰਹਿ ਨਾ ਚੂਕੈ ਭੋਗ। ਉਹਦੇ ਘਰ ਤੇ ਸੋਗ ਨਾਂ ਦੀ ਚੀਜ਼ ਹੀ ਕੋਈ ਨਹੀਂ ਹੈ, ਤੇ ਉਹ ਵੈਰ ਤੋਂ ਰਹਿ ਤੇ ਨਿਰਭਉ ਹੈ। ਇੱਥੇ ਸ਼ਬਦ ਵਰਤਿਆ ਰਾਮ ਝੁਰੈ ਦਲ ਮੇਲਵੈ। ਕਹਿਣ ਲੱਗੇ ਰਾਮਚੰਦਰ ਦੇ ਕੋਲ ਪੂਰੀ ਤਾਕਤ ਹੈ, ਉਹ ਸਾਰੀ ਫੌਜ ਨੂੰ ਇਕੱਠੇ ਕਰਨ ਦਾ ਉਹਦੇ ਕੋਲ ਅਧਿਕਾਰ ਹੈ। ਜਿਵੇਂ ਕਿਸੇ ਕੋਲ ਅਧਿਕਾਰ ਹੁੰਦਾ ਕੰਮ ਕਰਨ ਦਾ, ਕਹਿੰਦੇ ਉਹਦੇ ਕੋਲ ਫੁੱਲ ਅਧਿਕਾਰ ਹੈ। ਰਾਮ ਝੁਰੈ ਦਲ ਮੇਲਵੈ, ਦਲ ਨੂੰ ਭਾਵ ਫੌਜ ਨੂੰ ਇਕੱਠੀ ਕਰਨ ਦਾ ਬਲ ਅਧਿਕਾਰ। ਬਲ ਦਾ ਮੈਨੂੰ ਤਾਕਤ, ਅਧਿਕਾਰ ਦਾ ਅਰਥ ਹੈ ਅਖਤਿਆਰ। ਉਹਦੇ ਕੋਲ ਪੂਰਨ ਤੌਰ 'ਤੇ ਅਖਤਿਆਰ ਹੈ ਫੌਜ ਨੂੰ ਇਕੱਠੀ ਕਰਨ ਦਾ। ਪਰ ਨਾਲ ਸ਼ਬਦ ਵਰਤਿਆ, ਕਹਿਣ ਲੱਗੇ ਫਿਰ ਵੀ ਝੁਰ ਰਿਹਾ। ਪਹਿਲੀ ਤੋਕ ਹੈ ਰਾਮ ਝੁਰੈ, ਕਹਿੰਦੇ ਦਲ ਮੇਲਵੈ, ਦਲ ਨੂੰ ਭਾਵ ਫੌਜ ਨੂੰ ਇਕੱਠੀ ਕਰਦਾ ਉਹਦੇ ਕੋਲ ਬਲ ਹੈ, ਤਾਕਤ ਹੈ, ਇਖਤਿਆਰ ਹੈ। ਬੰਤਰ ਕੀ ਸੈਨਾ ਸੇਵੀ ਹੈ। ਕਹਿਣ ਲੱਗੇ ਹਨੂਮਾਨ ਦੇ ਜਿਹੜੇ ਵੰਸ਼ਜ ਨੇ, ਜਿਹੜੀ ਫੌਜ ਹੈ ਉਹ ਸਾਰੀ ਰਾਮਚੰਦਰ ਦੀ ਸੇਵਾ ਵਿੱਚ ਖਲੋਤੀ ਹੋਈ ਹੈ। ਬੰਤਰ ਕੀ ਸੈਨਾ ਸੇਵੀ ਹੈ, ਮਨ ਤਨ ਜੁਝ ਅਪਾਰ, ਜਿਨ੍ਹਾਂ ਦੇ ਮਨ ਵਿੱਚ ਜੰਗ ਕਰਨ ਦੀ ਚਾਹ ਹੈ, ਖਿੱਚ ਹੈ, ਤਮੰਨਾ ਹੈ। ਪਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਕਹਿੰਦੇ ਰਾਮ ਝੁਰੈ, ਫਿਰ ਵੀ ਝੁਰ ਰਿਹਾ। ਹੁਣ ਜਿਹੜਾ ਝੁਰ ਰਿਹਾ ਹੈ, ਮਾਫ ਕਰਨਾ, ਉਹ ਰਾਜਾ ਹੋ ਸਕਦਾ ਹੈ, ਸਤਿਕਾਰਯੋਗ ਹੋ ਸਕਦਾ ਹੈ, ਪਰ ਭਗਵਾਨ ਥੋੜ੍ਹਾ ਹੋ ਸਕਦਾ ਹੈ। ਕਿਉਂਕਿ ਭਗਵਾਨ ਜੋ ਪ੍ਰਮਾਤਮਾ ਕਾਲ ਪੁਰਖ ਹੈ ਉਹ ਤਾਂ ਜੰਮਣ ਮਰਨ ਤੋਂ ਰਹਿਤ ਹੈ, ਉਹ ਤਾਂ ਇਹਨਾਂ ਚੀਜ਼ਾਂ ਤੋਂ ਉੱਪਰ ਹੈ। ਅੱਗੇ ਸ਼ਬਦ ਵਰਤਿਆ ਸੀਤਾ ਲੈ ਗਿਆ ਦਹਿਸ਼ਰੋ। ਦਹਿਸ਼ਰੋ ਦਾ 10 ਸਿਰਾਂ ਵਾਲਾ ਰਾਵਣ ਸੀਤਾ ਨੂੰ ਲੈ ਗਿਆ। ਲਛਮਣ ਮੂਯੋ ਸਰਾਫ, ਅਤੇ ਲਛਮਣ ਜਿਹੜਾ ਹੈ ਉਹ ਮੂਰਛਤਾ ਆ ਗਈ, ਜਿਹਨੂੰ ਉਹ ਸਰਾਫ ਦੇ ਨਾਲ ਉਹਦੇ ਬਰਛੀ ਵੱਜ ਗਈ, ਬੇਹੋਸ਼ ਹੋ ਗਿਆ। ਹੁਣ ਇਹ ਸ਼ਬਦ ਉੱਥੇ ਦੋ ਵਰਤੇ ਨੇ, ਕਹਿੰਦੇ ਸ੍ਰੀ ਰਾਮਚੰਦਰ ਸੀਤਾ ਦੇ ਅਤੇ ਲਛਮਣ ਕਾਰਨ, ਦੋਨਾਂ ਦੇ ਕਾਰਨ ਅੱਜ ਉਹ ਝੁਰ ਰਿਹਾ। ਅਜੇ ਉਹਦੇ ਕੋਲ ਤਾਕਤ ਕਿੰਨੀ ਹੈ, ਫੌਜ ਇਕੱਠੀ ਕਰਨ ਦਾ ਅਧਿਕਾਰ ਉਹਦੇ ਕੋਲ ਹੈ। ਕਹਿ ਲਗੇ ਹਨੂਮਾਨ ਦੀ ਜਿਹੜੀ ਵੰਸ਼ਜ ਨੇ ਉਹ ਸੇਵਾ ਕਰਨ ਵਾਸਤੇ ਉਹਦੀ ਤਾਬਿਆਦਾਰ ਨੇ, ਉਹਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਨੇ। ਪਰ ਸਭ ਕੁਝ ਹੋਣ ਤੋਂ ਬਾਅਦ ਵੀ ਜਿਹੜਾ ਮੇਨ ਪੁਆਇੰਟ ਹੈ ਰਾਮ ਝੁਰੈ। ਹੁਣ ਸੰਸਾਰ ਦੇ ਬੰਦੇ ਝੁਰਨ ਤੇ ਆਪਾਂ ਕਹਾਂਗੇ ਭਾਈ ਥੋੜ੍ਹੀ ਜਿਹੀ ਸਿੱਖਿਆ ਲੈ ਲਾ, ਤੂੰ ਝੁਰਦਾ ਕਿਉਂ ਹੈ? ਜਿਵੇਂ ਸਾਡੇ ਸਮਾਜ ਦੇ ਲੋਕ ਆਮ ਹੀ ਕਿਸੇ ਦੁੱਖ ਦੇ ਕਾਰਨ ਝੁਰਦੇ ਨੇ। ਕੋਈ ਘਟਨਾ ਵਾਪਰ ਜਾਏ, ਕੋਈ ਅਣਸਖਾਵੀ ਘਟਨਾ ਵਾਪਰ ਜਾਏ, ਕੋਈ ਪੁੱਤਰ ਦੀ ਡੈਥ ਹੋ ਜਾਏ, ਦੁਕਾਨ ਨੂੰ ਅੱਗ ਲੱਗ ਜਾਏ, ਕੋਈ ਫਸਲਵਾੜੀ ਬਰਬਾਦ ਹੋ ਜਾਏ, ਤੇ ਬੰਦਾ ਝੁਰਦਾ ਹੈ ਨਾ। ਕੋਈ ਦੁਨਿਆਵੀ ਆਮ ਬੰਦਾ ਝੁਰੇ ਤੇ ਆਪਾਂ ਉਹਨੂੰ ਕਿਸੇ ਦੀ ਉਦਾਹਰਨ ਦੇ ਕੇ ਉਹਨੂੰ ਸਮਝਾਵਾਂਗੇ, ਤੇ ਜਿੱਥੇ ਜਿਹਨੂੰ ਸਮਾਜ ਦੇ ਲੋਕ ਭਗਵਾਨ ਕਹਿੰਦੇ ਹੋਣ ਤੇ ਉਹ ਝੁਰੇ, ਤੇ ਕੁਐਸਚਨ ਮਾਰਕ ਤੇ ਖੜਾ ਹੁੰਦਾ ਹੈ ਨਾ, ਵੀ ਕਮਾਲ ਦੀ ਗੱਲ ਹੈ ਵੀ ਝੁਰੇ ਤੇ ਭਗਵਾਨ, ਇਹ ਦੋ ਸ਼ਬਦ ਇਕੱਠੇ ਨਹੀਂ ਨਾ ਹੋ ਸਕਦੇ। ਜੇ ਕੋਈ ਝੁਰੇਗਾ ਤੇ ਅਸੀਂ ਪ੍ਰਮਾਤਮਾ ਦੀਆਂ ਉਦਾਹਰਨਾਂ ਦੇ ਕੇ, ਬਾਣੀ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕਰਾਂਗੇ। ਨਾ ਭਾਈ, ਬਾਣੀ ਸਾਨੂੰ ਆਹ ਕਹਿੰਦੀ ਹੈ, ਧਰ ਜੀ ਅਰੇ ਇੱਕ ਟੇਕ ਤੂੰ ਲਾ ਬਿਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੈ ਰਾਸ। ਤੋ ਜਦੋਂ ਅਸੀਂ ਆਸਾ ਕੀ ਵਾਰ ਦਾ ਤੀਸਰਾ ਸਲੋਕ ਪੜ੍ਹਦੇ ਹਾਂ, ਜਦੋਂ ਆਪਾਂ ਉਹਦੇ ਵਿੱਚ ਧਿਆਨ ਨਾਲ ਪੜ੍ਹਾਂਗੇ ਆਪਾਂ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹੈ ਨਾਨਕ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਚੇਤੇ ਨਹੀਂ ਕੀਤਾ ਤੇ ਆਪਣੇ ਮਨ ਵਿੱਚ ਸਿਆਣੇ ਬਣ ਕੇ ਬਹਿ ਗਏ। ਛੁੱਟਾ ਤਿਲ ਬਵਾੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਸੁੱਟਿਆ ਕਹੋ ਨਾਨਕ 100 ਨਾ। ਉਹਨਾਂ ਦਾ ਫਿਰ 100 ਨਾ ਬਣਦਾ, 100 ਖਸਮ ਬਣਦਾ। ਫਿਰ ਉਹ ਵੱਢ ਕੇ ਲੈ ਗਿਆ 2 ਪੂਲੇ, ਕੋਈ ਦਾਣੇ ਭੁੰਨਣ ਵਾਲੀ ਲੈ ਗਈ, ਕੋਈ ਰੋਟੀਆਂ ਪਕਾਉਣ ਵਾਲਾ ਲੈ ਗਿਆ। ਫਿਰ ਇੱਕ ਖਸਮ ਇੱਕ ਉਹਦਾ ਹੀ ਬਣਿਆ ਜਿਹਦੇ ਅੰਦਰ ਬੀਜ ਸੀ, ਉਹਨੂੰ ਫਿਰ ਮਾਲਕ ਵੱਢ ਕੇ ਲੈ ਜਾਣਾ। ਕਹੋ ਨਾਨਕ 100 ਨਾ ਫਲੀਆਂ ਫੁੱਲੀਆਂ ਬੱਪੜੇ। ਉਹ ਫਲਦੇ ਵੀ ਨੇ, ਫੁੱਲਦੇ ਵੀ ਨੇ, ਪਰ ਭੀ ਤਨ ਵਿੱਚ ਸਵਾ, ਅੰਦਰ ਸਵਾਹ ਭਰੀ ਹੈ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਹੁਣ ਇਹਨਾਂ ਸਲੋਕਾਂ ਨੂੰ ਸਮਝਣ ਦੀ ਲੋੜ। ਕਈ ਕਹਿੰਦੇ ਜੀ ਵੇਖੋ ਬਾਣੀ ਵਿੱਚ ਫਿਰ ਇਹਦਾ ਅਰਥ ਗੁਰੂ ਸਾਹਿਬ ਮੰਨਦੇ ਨੇ ਤਾਂ ਲਿਖਿਆ ਨਾ। ਗੁਰੂ ਸਾਹਿਬ ਜੀ ਦਾ ਇਹ ਇੱਕ ਬਹੁਤ ਵੱਡਾ ਵਿਲੱਖਣ ਪੱਖ ਹੈ ਕਿ ਉਹਨਾਂ ਨੇ ਹਮੇਸ਼ਾ ਹਰ ਇੱਕ ਵਿਸ਼ੇ ਨੂੰ ਸਮਾਜ ਦੇ ਸਾਹਮਣੇ ਰੱਖਿਆ, ਜਿਹੜੇ ਉਸ ਵਕਤ ਲੋਕ ਭਗਵਾਨ ਬਣਾ ਕੇ ਪੂਜੇ ਜਾ ਰਹੇ ਸੀ, ਉਹਨਾਂ ਦੀ ਸੇਵਾ ਕੀਤੀ ਜਾ ਰਹੀ ਸੀ। ਜਿਵੇਂ ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਪਰਮ ਭੂਲੇ ਨਰ ਕਰਤ ਕਚਰੈਣ, ਜਨਮ ਮਰਨ ਤੇ ਰਹਿਤ ਨਰੈਣ, ਕਰ ਪੰਜੀਰ ਖਵਾਇਓ ਚੋਰ,
ਉਹ ਜਨਮ ਨਾ ਮਰੇ ਰੇ ਸਾਗਤ ਢੋਰ, ਸਗਲ ਪਰਾਧ ਦੇ ਲਰੋਨੀ, ਸੋ ਮੁਖ ਜਲੋ ਜਿਤ ਕੈ ਠਾਕੁਰ ਜੂਨੀ। ਇਹ ਗੁਰੂ ਅਰਜਨ ਸਾਹਿਬ ਦਾ ਵਾਕ ਹੈ। ਜਦੋਂ ਤੁਸੀਂ ਵੇਖੋਗੇ ਇਹ ਮੇਨ ਕਾਰਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਤੱਤੀ ਤਵੀ ਤੇ ਬਹਿਣ ਦੇ, ਕਿ ਜਦੋਂ ਇਹੋ ਜਿਹੇ ਸ਼ਬਦ ਉਚਾਰਨ ਕੀਤੇ ਉਸ ਵਕਤ ਦੇ ਅਖੌਤੀ ਧਾਰਮਿਕ ਲੋਕਾਂ ਨੂੰ ਇਹ ਸ਼ਬਦ ਕਿੱਦਾਂ ਉਹਨਾਂ ਦੇ ਅੰਦਰ ਟਿਕ ਸਕਦਾ ਸੀ, ਕਿੱਦਾਂ ਉਹ ਮੰਨ ਜਾਂਦੇ, ਕਿਉਂਕਿ ਉਹਨਾਂ ਦਾ ਤੇ ਇੱਦਾਂ ਦਾ ਸਿਰਜ ਕੇ ਹੀ ਤੇ ਉਹਨਾਂ ਦੀ ਦੁਕਾਨਦਾਰੀ ਚੱਲਦੀ ਸੀ। ਕੋਈ ਨਿੱਜੀ ਜ਼ਮੀਨ ਜਾਇਦਾਦ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਸੀਸ ਤੇ ਤਤਾਰੀ ਤਾਂ ਇਹ ਤਾਂ ਨਹੀਂ ਪਾਇਆ ਗਿਆ। ਇਹ ਵਜ੍ਹਾ ਸੀ ਕਿ ਜਿਸ ਸੁਰਤ ਵਿੱਚੋਂ ਐਡੇ ਇਨਕਲਾਬੀ ਸ਼ਬਦਾਂ ਨੇ ਜਨਮ ਲਿਆ, ਘਰ ਮੈਂ ਠਾਕੁਰ ਨਦਰ ਨਾ ਆਵੇ, ਹਿਰਦੇ 'ਚ ਬੈਠਾ ਮਾਰੂ ਤੇ ਦਿਸਿਆ ਨਹੀਂ, ਗਲ ਮੈਂ ਪਾਹਣ ਲੈ ਲਟਕਾਵੇ। ਆਪਣੇ ਗਲ ਵਿੱਚ ਤੂੰ ਬਾਹਰੋਂ ਪੱਥਰ ਲਮਕਾ ਕੇ ਤੂੰ ਭਗਤ ਹੋਣ ਦਾ ਨਾਟਕ ਕਰਦਾ, ਪਰ ਹਿਰਦੇ 'ਚ ਬੈਠਾ ਭਗਵਾਨ ਤੇ ਦਿਸਿਆ ਨਹੀਂ ਤੈਨੂੰ। ਗਲ ਮੈਂ ਪਾਹਣ ਲੈ ਲਟਕਾਵੇ, ਪਰਮੇ ਪੂਲਾ ਸਾਕਤ ਫਿਰਤਾ, ਨੀਰ ਬਿਰੋਲੇ ਖੱਪ ਖੱਪ ਮਰਤਾ। ਜਿਸ ਪਾਹਣ ਕੋ ਠਾਕੁਰ ਕਹਿਤਾ। ਕਿੱਡੀ ਵਜਨਦਾਰ ਗੱਲ। ਇਹ ਗੱਲ ਉਸ ਵਕਤ ਕਹਿਣੀ ਜਿੱਥੇ ਇਰਦ ਗਿਰਦ ਸਾਡੇ ਸਮਾਜ 'ਚ ਇੱਦਾਂ ਦੇ ਲੋਕ ਬੈਠੇ ਸੀ, ਅੱਜ ਵੀ ਹੈ। ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਜਿਹੜੇ ਭਗਵਾਨ ਨੂੰ ਤੂੰ ਪੱਥਰ ਨੂੰ ਭਗਵਾਨ ਕਹਿ ਕੇ ਪੂਜਦਾ, ਉਹ ਪੱਥਰ ਹੀ ਲੈ ਕੇ ਬੰਦੇ ਨੂੰ ਡੁੱਬ ਜਾਂਦਾ। ਕਿਉਂ? ਕਿਉਂਕਿ ਜੈਸੋ ਸੇਵੈ ਤੈਸੋ ਹੋਵੇ, ਜਿਹੜੀ ਆਪਾਂ ਪਹਿਲੀਆਂ ਸਲੋਕਾਂ 'ਚ ਵੀ ਗੱਲ ਕੀਤੀ ਸੀ ਕਿ ਇਹ ਸ਼ਬਦ ਬਾਰ-ਬਾਰ ਰਚੇ ਗਏ। ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਹੇ ਗੁਨਾਹਗਾਰ ਲੂਣ ਹਰਾਮੀ, ਪੱਥਰ ਦੀ ਕਿਸ਼ਤੀ ਬਣਾ ਕੇ, ਬੇੜੀ ਬਣਾ ਕੇ ਉਹਦੇ 'ਤੇ ਬਹਿ ਕੇ ਪਾਰ ਨਹੀਂ ਲੰਘਿਆ ਜਾ ਸਕਦਾ, ਪੱਥਰ ਤੇ ਪਾਣੀ 'ਚ ਖੁਦ ਡੁੱਬ ਜਾਂਦਾ ਹੈ। ਹੁਣ ਇਹ ਸ਼ਬਦ ਕਿੱਦਾਂ ਹਜਮ ਹੋਣੇ ਸੀ, ਜਿਨ੍ਹਾਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਭਗਵਾਨ ਬਣਾ ਕੇ ਆਪਣੀ ਦੁਕਾਨਦਾਰੀ ਖੜੀ ਕੀਤੀ ਸੀ, ਜਿਨ੍ਹਾਂ ਨੇ ਆਖਿਆ ਸੀ ਇੱਥੋਂ ਕੀਤੀ ਹੋਈ ਅਰਦਾਸ ਸਫਲ ਹੁੰਦੀ ਹੈ। ਅੱਜ ਵੀ ਚੁਗਰਦੇ ਧਿਆਨ ਮਾਰ ਕੇ ਵੇਖੋ, ਜੇ ਉੱਥੇ ਇਹ ਗੱਲਾਂ ਸੀ ਤੇ ਅੱਜ ਸਿੱਖੀ ਵਿੱਚ ਵੀ ਬਹੁਤ ਕੁਝ ਵੜ ਚੁੱਕਾ ਹੈ। ਇਸ ਡੇਰੇ 'ਚ ਕੀਤੀ ਅਰਦਾਸ, ਇਸ ਡੇਰੇ ਵਿੱਚ ਸੁਖਣਾ ਸੁਖੀ, ਇਸ ਡੇਰੇ 'ਚ ਕੀਤਾ ਅਖੰਡ ਪਾਠ, ਇਸ ਡੇਰੇ ਵਿੱਚ ਇੰਨੀਆਂ ਮੱਸਿਆ ਨਾ ਆਓ, ਇਸ ਡੇਰੇ ਸੰਗਰਾਂਦ 'ਤੇ ਆਓ। ਫਰਕ ਥੋੜ੍ਹਾ ਹੀ, ਬਰਾਬਰ ਹੈ ਗੱਲ ਉੱਥੇ ਵੀ। ਇੱਥੇ ਪੰਚਮੀ ਲੱਗਦੀ ਹੈ ਜੀ, ਇੱਥੇ ਮੱਸਿਆ ਲੱਗਦੀ ਹੈ, ਇੱਥੇ ਪੂਰਨਮਾਸੀ ਲੱਗਦੀ ਹੈ ਜੀ। ਇਸ ਡੇਰੇ ਦੇ ਕੀਤੇ ਵੀ ਸਰੋਵਰ ਦਾ ਇਸ਼ਨਾਨ ਦਾ ਫਲ ਹੈ, ਇੱਥੇ ਕੀਤੇ ਪਾਠ ਦਾ ਫਲ ਹੈ, ਇੱਥੇ ਦਾਨ ਦਾ ਫਲ ਹੈ। ਇੱਥੇ ਪਾਥੀਆਂ ਚੜਾਓ, ਬੱਚੇ ਲੈ ਜਾਓ, ਇੱਥੋਂ ਲਾਚੀਆਂ ਲੈ ਜਾਓ, ਪੁੱਤਰ ਲੈ ਜਾਓ। ਇੱਥੇ ਕਿੱਲੇ ਚੜਾਓ, ਰੱਸੀਆਂ ਲੈ ਜਾਓ, ਤੁਹਾਡੀਆਂ ਮੱਝਾਂ ਇਕੱਠੇ ਵੱਧ ਦੇਣਗੀਆਂ। ਕੀ ਕੁਝ ਹੋ ਰਿਹਾ? ਇਹ ਕੌਣ ਲੋਕ ਨੇ ਜਿਨ੍ਹਾਂ ਦਾ 100 ਨਾਂ ਹੈ, ਜਿਨ੍ਹਾਂ ਦਾ 100 ਖਸਮ ਹੈ, ਜਿਹੜੇ ਇੱਕ ਮਾਲਕ ਦੇ ਨਾ ਬਣ ਸਕੇ? ਤੋ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ, ਭਾਵੇਂ ਉਹ ਭਗਤ ਕਬੀਰ ਜੀ ਹੋਏ, ਮਹਾਨ ਯੋਧੇ ਹੋਏ, ਜਿਨ੍ਹਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕੀਤੀਆਂ, ਐ ਸਾਹਮਣੇ ਬਿਠਾ ਕੇ ਕਿ ਭਾਈ ਅਸੀਂ ਇਸ ਅਖੌਤੀ ਅਵਤਾਰਵਾਦ ਨੂੰ ਨਹੀਂ ਮੰਨਦੇ ਜਿਹੜਾ ਤੁਸੀਂ ਮੰਨ ਰਹੇ ਹੋ ਜੀ। ਅਸੀਂ ਇਹ ਮੰਨਦੇ ਹਾਂ ਜਿਹੜਾ ਜੰਮਿਆ ਉਹ ਦੁਨੀਆ ਤੋਂ ਗਿਆ ਹੈ, ਉਹ ਪਰਮਾਤਮਾ ਨਹੀਂ ਹੋ ਸਕਦਾ। ਉਹ ਕੋਈ ਸਤਿਕਾਰਯੋਗ ਹੋ ਸਕਦਾ ਹੈ, ਤੁਸੀਂ ਉਹਨੂੰ ਕੋਈ ਕਹਿ ਸਕਦੇ ਹੋ ਕਿ ਸਾਡਾ ਟੀਚਰ ਹੈ, ਸਾਡਾ ਉਸਤਾਦ ਹੈ, ਭਾਈ ਜਿਹਨੇ ਸਾਨੂੰ ਕੋਈ ਚੰਗਾ ਉਪਦੇਸ਼ ਦਿੱਤਾ। ਇਹੋ ਵਜ੍ਹਾ ਸੀ ਕਿ 10 ਪਾਤਸ਼ਾਹ ਨੇ ਆਪਣੇ ਆਪ ਨੂੰ ਭਗਵਾਨ ਕਹਿ ਕੇ ਨਹੀਂ ਆਪਣੀ ਪੂਜਾ ਕਰਾਈ। ਉਹਨੇ ਆਖਿਆ ਭਾਈ ਅਸੀਂ ਪਰਮੇਸ਼ਰ ਨਾਲ ਜੋੜਨ ਆਏ ਹਾਂ। ਉਹ ਤੇ ਆਪ ਆਪਣੇ ਆਪ ਨੂੰ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਏ। ਤੇ ਇੱਥੇ ਸਾਹਿਬ ਜੀ ਕਹਿੰਦੇ ਨੇ ਸੀਤਾ ਲੈ ਗਿਆ ਦਹਿਸ਼ਰੋ, ਲਛਮਣ ਮੂਹ ਸਰਾਫ। ਕਹਿ ਲਗੇ ਲਛਮਣ ਮੁਰਸ਼ਦਾ ਆ ਗਈ ਤੇ ਇੱਧਰ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ। ਕਹਿੰਦੇ ਰਾਮ ਝੁਰੇ, ਉਹ ਝੁਰ ਰਿਹਾ, ਦਲ ਮੇਲਵੇ ਅੰਤਰ ਬਲ ਅਧਿਕਾਰ, ਉਹਨੂੰ ਫੌਜ ਇਕੱਠੀ ਕਰਨ ਦੀ ਤਾਕਤ ਹੈ, ਅਧਿਕਾਰ ਫੁੱਲ ਅਖਤਿਆਰ ਹੈ ਉਹਦੇ ਕੋਲ। ਬੰਤਰ ਕੀ ਸੈਨਾ ਸੇਵੀ ਹੈ, ਉਹਦੇ ਕੋਲ ਸਾਰੀ ਜਿਹੜੀ ਫੌਜ ਹੈ, ਹਨੂੰਮਾਨ ਦੇ ਵੰਸ਼ ਜਿੰਨੀ ਉਹਦੀ ਸੈਨਾ ਹੈ, ਉਹ ਸਾਰੀ ਉਹਦੀ ਸੇਵਾ ਵਿੱਚ ਹਾਜ਼ਰ ਹੈ। ਮਨ ਤਨ ਜੁਝ ਅਪਾਰ, ਇਹ ਸਾਰਾ ਕੁਝ ਦੱਸ ਕੇ ਕਹਿਤਾ, ਪਰ ਰਾਮ ਝੁਰੇ, ਫਿਰ ਵੀ ਝੁਰ ਰਿਹਾ। ਫਿਰ ਅਗਲੇ ਕਹਿਤਾ ਨਾਨਕ ਕਰਤਾ ਕਰਨਹਾਰ, ਉਹ ਕਰਤਾ ਅਕਾਲ ਪੁਰਖ, ਭਾਵ ਰਾਮਚੰਦਰ ਅਕਾਲ ਪੁਰਖ ਦੀ ਬਰਾਬਰਤਾ ਨਹੀਂ ਕਰ ਸਕਦਾ। ਨਾਨਕ ਕਰਤਾ ਕਰਨਹਾਰ, ਕਰ ਵੇਖੈ ਥਾਪ ਉਥਾਪ। ਇਹ 25 ਨੰਬਰ ਸਲੋਕ ਹੈ। ਅਗਲਾ 26 ਨੰਬਰ ਸਲੋਕ ਹੈ ਮਨ ਮੈਂ ਝੂਰੈ ਰਾਮਚੰਦ। ਮਨ ਵਿੱਚ ਝੁਰਦਾ ਹੈ ਰਾਮਚੰਦ। ਸੀਤਾ ਲਛਮਣ ਜੋਗ, ਜੋਗ ਦਾ ਅਰਥ ਹੈ ਮਿਲਾਪ ਦੀ ਖਾਤਰ ਅੰਦਰ ਝੁਰਦਾ ਹੈ ਕਿ ਮੈਨੂੰ ਲਛਮਣ ਮਿਲ ਜਾਏ, ਮੈਨੂੰ ਸੀਤਾ ਮਿਲ ਪਏ, ਉਹਨਾਂ ਦੀ ਮਿਲਾਪ ਦੀ ਖਾਤਰ ਝੁਰਦਾ ਹੈ। ਕੋਈ ਦੁਨਿਆਵੀ ਬੰਦਾ ਕਿਸੇ ਮਿਲਾਪ ਦੀ ਖਾਤਰ ਝੁਰੇ ਤੇ ਆਪਾਂ ਉਹਨੂੰ ਕਿਸੇ ਤਗੜੇ ਬੰਦੇ ਦੀ, ਕਿਸੇ ਪ੍ਰੇਰਨਾ ਸਰੋਤ ਬੰਦੇ ਦੀ ਉਦਾਹਰਨ ਦੇ ਕੇ, ਐਗਜ਼ੈਂਪਲ ਦੇ ਕੇ ਸਮਝਾਵਾਂਗੇ।
ਇੱਥੇ ਮਨ ਮੈਂ ਝੁਰੈ, ਮਨ ਵਿੱਚ ਝੂਰਦਾ ਹੈ ਰਾਮਚੰਦ, ਸੀਤਾ ਲਛਮਣ ਜੋਗ, ਜੋਗ ਦਾ ਅਰਥ ਹੈ ਖਾਤਰ, ਮਿਲਾਪ ਦੀ ਖਾਤਰ, ਵੀ ਮੈਂ ਇਹਨਾਂ ਨੂੰ ਮਿਲ ਪਵਾਂ। ਅੰਦਰੋਂ ਝੁਰਦਾ ਹੈ ਕਿ ਤੁਸੀਂ ਮੈਨੂੰ ਮਿਲੋਗੇ ਤੇ ਮੇਰੇ ਅੰਦਰ ਦੀ ਤੜਫਣਾ, ਮੇਰੇ ਅੰਦਰ ਦੀ ਕਲਪਨਾ ਘਟੇਗੀ। ਤੇ ਇਸ ਮਿਲਾਪ ਦੀ ਖਾਤਰ ਫਿਰ ਕੀਤਾ ਕੀ, ਹਣਵੰਤਰ ਆਰਾਧਿਆ। ਹਣਵੰਤਰ ਕਹਿੰਦੇ ਹਨੂਮਾਨ ਨੂੰ ਆਰਾਧਿਆ, ਫਿਰ ਉਹਨੂੰ ਯਾਦ ਕੀਤਾ। ਹੁਣ ਇੱਕ ਬੰਨੇ ਰਾਮਚੰਦਰ ਨੂੰ ਯਾਦ ਕੀਤਾ ਜਾ ਰਿਹਾ, ਉਹ ਭਗਵਾਨ ਹੈ, ਤੇ ਭਗਵਾਨ ਕਿਸੇ ਹੋਰ ਨੂੰ ਅੱਗੇ ਆਰਾਧ ਰਿਹਾ, ਉਹ ਹਣਵੰਤਰ ਨੂੰ ਆਰਾਧ ਰਿਹਾ, ਉਹ ਹਨੂਮਾਨ ਨੂੰ ਯਾਦ ਕਰ ਰਿਹਾ। ਹਣਵੰਤਰ ਆਰਾਧਿਆ ਆਇਆ ਕਰ ਸੰਜੋਗ। ਆਇਆ ਕਰ ਸੰਜੋਗ ਦਾ ਅਰਥ ਹੈ ਪਹਿਲੇ ਸੰਜੋਗ ਦੇ ਕਾਰਨ, ਕਿਉਂਕਿ ਪਹਿਲਾਂ ਜਾਣ ਪਛਾਣ ਸੀ, ਪਹਿਲਾਂ ਜਾਣਦੇ ਸੀ, ਯਾਦ ਕੀਤਾ ਵੀ ਤੂੰ ਆ ਭਾਈ ਮੇਰੀ ਹੈਲਪ ਕਰ ਆਣ ਕੇ। ਹੁਣ ਭਗਵਾਨ ਤੇ ਹੈਲਪ ਮੰਗੇ ਕਿਸੇ ਕੋਲੋਂ, ਹੋਵੇ ਪ੍ਰਮਾਤਮਾ ਤੇ ਹੈਲਪ ਮੰਗੇ, ਉਹ ਤੇ ਬੇਮੋਹਤਾਜ ਹੈ, ਪ੍ਰਮਾਤਮਾ ਤੇ ਬੇਮੋਹਤ ਹੈ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਇਹ ਸ਼ਬਦ ਬਾਰ-ਬਾਰ ਰਚੇ ਹੋਏ ਨੇ। ਇੱਥੇ ਲਿਖਿਆ ਹਣਵੰਤਰ ਆਰਾਧਿਆ, ਦੋ ਗੱਲਾਂ ਆ ਗਈਆਂ ਨਾ। ਪਹਿਲਾਂ ਆ ਗਿਆ ਮਨ ਮੈਂ ਝੁਰੈ ਰਾਮਚੰਦ, ਸੀਤਾ ਲਛਮਣ ਜੋਗ, ਸੀਤਾ ਤੇ ਲਛਮਣ ਦੇ ਮਿਲਾਪ ਦੇ ਕਾਰਨ, ਵੀ ਮੈਨੂੰ ਮਿਲ ਪੈਣ, ਅੰਦਰ ਝੁਰਦਾ ਹੈ ਦਰ ਦੁੱਖ। ਜਿਵੇਂ ਕੋਈ ਘਰ ਦਾ ਜੀਅ ਵਿਛੜਿਆ ਹੋਵੇ, ਪਤੀ ਦੂਰ ਗਿਆ ਹੋਵੇ, ਪਤਨੀ ਦੂਰ ਗਈ ਹੋਵੇ, ਭਰਾ ਦੂਰ ਹੋਵੇ, ਪੁੱਤਰ ਦੂਰ ਹੋਵੇ, ਮਾਂ ਨੂੰ ਅੰਦਰ ਹੁੰਦਾ ਨਹੀਂ ਵੀ ਮਿਲੇ ਤੇ ਠੰਡ ਪਵੇ ਮੇਰੇ ਸੀਨੇ ਨੂੰ, ਮੇਰਾ ਪੁੱਤ ਆਵੇ, ਮੇਰਾ ਕੋਈ ਰਿਸ਼ਤੇਦਾਰ, ਕੋਈ ਪਰਿਵਾਰ ਦਾ ਕੋਈ ਜੀਅ ਦੂਰ ਗਿਆ ਹੋਵੇ, ਤੇ ਬੰਦਾ ਮਿਲਾਪ ਲਈ ਅੰਦਰ ਝੁਰਦਾ ਨਹੀਂ ਵੀ ਮਿਲੇ ਮੈਨੂੰ। ਕਹਿੰਦੇ ਜੇ ਇੱਕ ਦੁਨਿਆਵੀ ਬੰਦਾ ਇੱਕ ਆਪਣੇ ਪਰਿਵਾਰ ਦੇ ਜੀਆਂ ਲਈ ਝੁਰਦਾ ਹੈ, ਤੇ ਭਗਵਾਨ ਅਖਵਾਉਣ ਵਾਲਾ ਵੀ ਝੁਰੇ, ਤੇ ਫਿਰ ਗੱਲ ਤੇ ਬਰਾਬਰ ਹੋ ਗਈ ਨਾ। ਫਿਰ ਇੱਥੇ ਝੁਰਨਾ ਸ਼ਬਦ, ਤੇ ਦੂਜਾ ਆ ਗਿਆ ਹਣਵੰਤਰ ਆਰਾਧਿਆ। ਫਿਰ ਜਦੋਂ ਇਸ ਮਿਲਾਪ ਦੀ ਖਾਤਰ ਆਰਾਧਿਆ ਕਿਹਨੂੰ, ਹਨੂਮਾਨ ਨੂੰ, ਉਹਨੂੰ ਯਾਦ ਕੀਤਾ ਗਿਆ। ਤੇ ਫਿਰ ਪ੍ਰਮਾਤਮਾ ਨੂੰ ਤਾਂ ਦੁਨੀਆ ਯਾਦ ਕਰਦੀ ਹੈ, ਪ੍ਰਮਾਤਮਾ ਅੱਗੇ ਫਿਰ ਕਿਸੇ ਨੂੰ ਆਰਾਧ ਰਿਹਾ। ਇਸ ਕਰਕੇ ਮਾਰੇ ਕਹਿੰਦੇ ਭਾਈ ਆਓ, ਇਹ ਠੀਕ ਹੈ ਜਿਨ੍ਹਾਂ ਦੇ ਸਤਿਕਾਰਯੋਗ ਹੈ ਪੂਜਣ, ਉਹਨਾਂ ਨੂੰ ਮੰਨਣ, ਠੀਕ ਹੈ, ਪਰ ਆਪਾਂ ਉਸ ਅਕਾਲ ਦੀ ਪੂਜਾ ਕਰਨੀ ਹੈ। ਅਕਾਲ ਪੁਰਖ, ਉਹ ਵਾਹਿਗੁਰੂ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਸਾਡੇ ਬੜਾ ਪਖੰਡਵਾਦ ਚੱਲ ਪਿਆ। ਜਿਵੇਂ ਹਨੂਮਾਨ ਚਾਲੀਸਾ ਉਹਦੇ ਪਾਠ ਕੀਤੇ ਜਾ ਰਹੇ, ਸਾਡੇ ਗੁਰਦੁਆਰਿਆਂ ਵਿੱਚ ਉਹ ਪਖੰਡਵਾਦ ਹੈ ਕਿ 40 ਦਿਨ ਸੁਖਮਨੀ ਸਾਹਿਬ ਦੇ ਪਾਠ ਕਰਨੇ, ਚਾਲੀਸੇ ਹੋ ਰਹੇ ਨੇ, ਗੁਰਦੁਆਰਿਆਂ ਵਿੱਚ ਵੀ ਚਾਲੀਸੇ ਹੋ ਰਹੇ ਨੇ। ਅਸੀਂ ਘੱਟ ਥੋੜ੍ਹਾ ਕਿਤੇ, ਤੁਸੀਂ 41 ਦਿਨ ਪੜ੍ਹ ਲਓ, 42 ਦਿਨ ਪੜ੍ਹ ਲਓ, 2 ਮਹੀਨੇ ਪੜ੍ਹ ਲਓ, ਪਰ ਨਹੀਂ 40 ਦਿਨ ਸੁਖਮਨੀ ਸਾਹਿਬ ਦੇ ਪਾਠ ਦੀਆਂ ਲੜੀਆਂ ਚੱਲਣਗੀਆਂ। ਪੜ੍ਹਨੇ 40 ਆ, ਉਹ ਚਾਲੀਸਾ ਕਰਦੇ ਆ, ਉਹ 40 ਦਿਨ ਤੁਸੀਂ ਸੁਖਮਨੀ ਸਾਹਿਬ ਦਾ ਚਾਲੀਸਾ ਕਰ ਰਹੇ ਜੇ, ਫਰਕ ਹੀ ਰਹਿ ਗਿਆ। ਅਸੀਂ ਮੂੰਹ ਨਾਲੋਂ ਲਾ ਕੇ ਤੇ ਗੱਲ ਨਾਲ ਲਾ ਰਹੇ ਹਾਂ। ਪਖੰਡਵਾਦ ਉੱਥੇ ਹੀ ਹੈ। ਅੱਜ ਵੀ ਸਾਡੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਪਖੰਡਵਾਦ, ਤਰ੍ਹਾਂ ਤਰ੍ਹਾਂ ਦੇ, ਮਾਫ਼ ਕਰਨਾ, ਇੱਥੇ ਕੋਈ ਹਿੰਦੂ ਵੀਰ ਨਾ ਸੋਚੇ ਤੁਹਾਡੀ ਗੱਲ ਹੋ ਰਹੀ ਹੈ, ਇੱਥੇ ਤੇ ਗੰਦਗੀ ਬੜੀ ਇਰਦ ਗਿਰਦ ਫੈਲੀ ਹੋਈ ਹੈ। ਸਿੱਖੀ ਰੂਹ ਵਿੱਚ ਵੀ ਉਹਦੇ ਨਾਲੋਂ ਵੱਧ ਆਪਣੀ ਸਾਡੇ ਸਮਾਜ ਦੇ ਲੋਕ ਆਪਣੀ ਪੂਜਾ ਕਰਾਉਂਦੇ ਪਏ ਨੇ, ਜਿਨ੍ਹਾਂ ਵਿੱਚੋਂ ਸਤਿਗੁਰ ਦੀ ਬਾਣੀ ਨੇ ਸਾਨੂੰ ਬਾਹਰ ਕੱਢਿਆ। ਉਸੇ ਦਲਦਲ ਦੇ ਵਿੱਚ ਅਸੀਂ ਫਿਰ ਧੱਸਦੇ ਜਾ ਰਹੇ ਹਾਂ। ਹੁਣ ਇੱਥੇ ਸ਼ਬਦ ਵਰਤਿਆ ਹਣਵੰਤਰ ਆਰਾਧਿਆ, ਆਇਆ ਕਰ ਸੰਜੋਗ, ਭੂਲਾ ਦੈਂਤ ਨਾ ਸਮਝੇ। ਉਧਰ ਰਾਵਣ ਵੀ ਨਹੀਂ ਇਸ ਗੱਲ ਨੂੰ ਸਮਝ ਸਕਿਆ, ਦੈਂਤ ਭੂਲਾ ਦੈਂਤ ਨਾ ਸਮਝੇ। ਤੈਨ ਪ੍ਰਭ ਕੀਏ ਕਾਮ, ਕਿ ਉਸ ਮਾਲਕ ਦਾ ਇੱਕ ਨਿਯਮ ਹੈ, ਉਹਦੀ ਇੱਕ ਮਰਿਆਦਾ ਹੈ ਕਿ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਜੋ ਬੰਦਾ ਬੀਜਦਾ ਉਹਨੂੰ ਵੱਢਣਾ ਪੈਂਦਾ। ਜੇ ਤੂੰ ਸੀਦਾ ਚੱਕ ਕੇ ਲੈ ਗਿਆ ਤਾਂ ਲੜਾਈ ਤੇ ਵੱਛ ਹੋਏਗੀ ਭਾਈ। ਭੂਲਾ ਦੈਂਤ ਨਾ ਸਮਝੇ ਕਿ ਤਿੰਨ ਪ੍ਰਭ ਕੀਏ ਕੰਮ, ਉਹ ਮਾਲਕ ਦਾ ਇਹ ਨਿਯਮ ਹੈ ਕਿ ਜੋ ਬੰਦਾ ਕੰਮ ਕਰਦਾ ਹੈ ਆਪੇ ਬੀਜ ਆਪੇ ਹੀ ਖਾਓ। ਆਪ ਜੋ ਬੀਜੇਗਾ ਉਹ ਤੈਨੂੰ ਖਾਣਾ ਪੈਣਾ। ਨਾਨਕ ਵੇ ਪ੍ਰਵਾਹ, ਸੋ ਆ ਹੈ ਪਰਮੇਸ਼ਰ ਦਾ ਗੁਣ। ਹੁਣ ਇੱਥੇ ਅਵਤਾਰਵਾਦ ਦੀ ਇੱਕ ਬੰਨੇ ਗੱਲ ਕਰਤੀ ਨਾ ਕਿ ਉਧਰ ਝੁਰ ਰਿਹਾ, ਇੱਧਰ ਵੇ ਪ੍ਰਵਾਹ ਹੈ। ਵੇ ਪ੍ਰਵਾਹ ਝੁਰਦਾ ਕਦੀ ਨਹੀਂ, ਜਿਹੜਾ ਝੁਰਦਾ ਉਹ ਵੇ ਪ੍ਰਵਾਹ ਨਹੀਂ ਹੋ ਸਕਦਾ। ਇਹੋ ਗੱਲਾਂ ਸੀ ਗੁਰੂ ਪਾਤਸ਼ਾਹ ਦੇ ਵਿੱਚ। ਜਦੋਂ ਸਾਹਿਬਜ਼ਾਦੇ ਨੂੰ ਮੈਦਾਨੇ ਜੰਗ 'ਚ ਤੋਰਿਆ, ਭਗਵਾਨ ਨਹੀਂ ਅਖਵਾਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਤੇ ਆਪਣੇ ਆਪ ਨੂੰ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਨੂੰ ਕਿਤੇ ਭਗਵਾਨ ਨਹੀਂ ਅਖਵਾਇਆ, ਪਰ ਚਮਕੌਰ ਸਾਹਿਬ ਦੀ ਗੜੀ 'ਚ ਤੋੜ ਲੱਗਿਆ ਕਿਤੇ ਝੁਰੇ ਵੀ ਨਹੀਂ। ਇਹ ਵੀ ਛੱਡੋ, ਚੌਹਾਂ ਵਿੱਚੋਂ ਇੱਕ ਦਾ ਸੰਸਕਾਰ ਕੀਤਾ ਨਹੀਂ ਆਪਣੇ ਹੱਥੀਂ, ਤੇ ਇਹ ਵੀ ਮਨ 'ਚ ਝੋਰਾ ਨਹੀਂ ਆਇਆ ਵੀ ਭਲਿਓ ਸਿੱਖੋ ਤੁਹਾਡੇ ਬਦਲੇ ਤੇ ਮੈਂ 2 ਗਜ ਕੱਪੜਾ ਵੀ ਆਪਣੇ ਬੱਚਿਆਂ ਦੇ ਨਹੀਂ ਪਾ ਸਕਿਆ। ਇਹ ਮਿਹਣਾ ਮਾਰਨਾ ਤੇ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਬਦਲੇ ਮੈਂ ਆਪਣੇ ਸਾਹਿਬਜ਼ਾਦਿਆਂ ਦਾ ਆਨੰਦ ਕਾਰਜ ਨਹੀਂ ਕੀਤਾ। ਇਹ ਤਾਂ ਗੱਲ ਬਹੁਤ ਵੱਡੀ ਹੈ, ਇਹ ਤਾਂ ਬਹੁਤ ਵੱਡੀ ਗੱਲ ਹੈ। ਉਹਨਾਂ ਤਾਂ ਆਪਣੇ ਸਾਹਿਬਜ਼ਾਦਿਆਂ ਬਾਰੇ ਇਹ ਵੀ ਗੱਲ ਵੀ ਨਹੀਂ ਕਹੀ
कि मैं तो 2 गज कपड़ा भी नहीं पा सकिया उन्होंने उत्ते। 4 साहिबजादियां चों एक का भी संस्कार अपने हत्थीं गुरु गोबिंद सिंह सच्चे पातशाह ने नहीं किया, तो झुरे भी नहीं अपने मन में, पर भगवान ने भी नहीं खाया अपने कि मैं रब हाँ, मैं सेवक हाँ, मैं दास हाँ। हुण इतों गल समझ आ गई भी गुरु नानक साहब जी के घर ने 10वां पातशाहियां तक इक्को विचारधारा दी, सानूं जिंदगी जीण दा तरीका था। शब्द की विचार नाल साडे अंदरों कायरता हुंज के बाहर कड्ढी ते सानूं उस अकाल नाल जोड़िया जिहड़ा जम्मण मरण तो रहत है, जिहदा असीं एक अंग हाँ, जिहड़ा सारे हिरदियां विच वसिया होया है, जिहड़ा सभै घट राम बोले रामा बोले राम बिना को बोले रे। ये वे प्रवाह परमेश्वर का गुण है। नानक वे प्रवाह सो, वो वे प्रवाह मालक है। किरत ना मिट ही राम। इत्थे किरत का मीनिंग, इत्थे किरत का अर्थ काम नहीं है, किरत का मीनिंग सुभाव। ਉਹਦਾ ਵੇ ਪ੍ਰਵਾਹ वाला ਜਿਹੜਾ ਸੁਭਾਅ है ना, ये मिटता नहीं, ਉਹਦਾ ਨਿਯਮ है, जो बीजेगा वो ਵੱਢਿਆ जाना। ये वे प्रवाह वाला गुण है, वो बदलता नहीं। हुण इत्थे वे प्रवाह है, उत्थे झुरे है। जिन्होंने साडा समाज भगवान कह के पूजदा है, उत्थे अंदर झोरा है एक पक्ष। दूजा वो अपने किसी दुख नूं दूर कर लई अगे किसी होर नूं आराध रहा है। इत्थे सानू बाणी कहंदी परमेश्वर नाल जुड़ भाई, उस मालक के गुण गा, उहदे गुण गाएगा जीवन तेरा खूबसूरत। तुम दाते ठाकुर प्रतिपालक नायक खसम हमारे, निमख निमख तुम ही प्रतिपालो, हम बारक तुमरे धारे। जदों गल आउंदी है किरत दी, कर्म दी, इन्ना कुछ करन तो बाद भी जो असीं भगत त्रिलोचन जी के बचन पढ़ते हैं तो भगत त्रिलोचन जी अपने शब्दों में कहते हैं, दादी ले लंका गढ़ साड़ दित्ते लंका के किले नूं, राम की खातर हनुमान ने रावण की लंका नूं अग ला दी। कहने कि उपाड़ी ले रावण बाण, उहदा सारा जिहड़ा बाग सी वो उजाड़ के रख दिता। कहने लगे सल बिसल आण तो खीले हरी, उहदा सल दूर कर ली, उहदी पीड़ा दूर कर ली, अपने हरी नूं खुश करने वास्ते सब कुछ किया। पर कहते कर्म कर कसौटी मिफीट सरी, पर सारा कुछ करन तो बाद भी जिहड़ी कश सी ना, जिहड़ी श्राप करन मिली हुई सी, कहते वो कर्मां करके वो तो दूर नहीं हो सकी, भावें उन्हें अपने कहण मुताबिक उन्हें अपने भगवान नूं खुश भी कर लिया। हुण तो गल समझ आ गई भी गुरु साहब जी ने बाणी विच किन्ने सोहणे पक्ष रख के आख्या भाई तुसीं उस एक अकाल ना जोड़ो। ये जिहड़े विपर वल्लों बनाए हुए अपने आप भगवान समाज के सामने पेश किए हुए ने, तां एवें थोड़ा आख्या सी। होर केते राम रवाड़, केतियां कन कहानियां अपासा की वार बाणी च पिछे विचार कर आए हैं। तो सानू एक परमेश्वर नाल जोड़िया, उहदे नाल सांझ पा के अपनी जिंदगी नूं उच्चियां बनाउण दी आपां कोशिश करनी है। इन्हां दोनों सलोकां नूं ध्यान नाल पढ़ो। बड़े तरह के वहम साडे सिख प्रचारक भी कई गुरु ग्रंथ साहिब दी ताबिया बैठ के वो की करते, जो इदां दे शब्द आउंदे ने वो रामचंद्र की स्टोरी सुनाउण लग पैंदे, हनुमान की स्टोरी सुनाउण लग पैंदे आ, वो रावण की स्टोरी सुनाउण लग पैंदे आ। जिन्हां दे सत्कारयोग ने पूजन, असीं कोई माड़ा शब्द नहीं बोलते। वेखो साडे हिंदू वीर भी साडे दोस्त ने, भरा ने, ਜਿਹੜੇ समझ आ जाती वो एक अकाल की पूजा करते, जिन्होंने नहीं समझ आती वो उस तरह देवी देवतिਆਂ ਦੇ ਚੱਕਰਾਂ ਵਿੱਚ ਪਏ ਨੇ। ਸਾਡੇ ਕਈ, मैं बंगला साहब ਜਦੋਂ कथा करता ਹੁੰਦਾ ਸੀ ਤੇ ਮੈਨੂੰ ਅੱਜ ਵੀ ਯਾਦ ਹੈ, ਪੰਚਕੂਲੇ ਤੋਂ ਇੱਕ ਹਿੰਦੂ ਵੀਰ ਦਾ ਮੈਨੂੰ ਅਕਸਰ ਫੋਨ ਆਉਣਾ, ਕਹਿੰਦਾ ਭਾਈ ਸਾਹਿਬ ਜਦੋਂ ਤੁਸੀਂ ਮੂਰਤੀ ਪੂਜਾ ਦੀ ਗੱਲ, ਬਾਣੀ ਦੀ ਗੱਲ ਕਰਦੇ ਹੋ, ਕਹਿੰਦੇ ਹੁਣ ਸਮਝ ਆਉਣ ਲੱਗ ਪਈ ਹੈ। ਉਹਦੇ ਕੋਲਡ ਸਟੋਰ ਆਪਣੇ ਸਨ, ਉਹ ਕਹਿੰਦੇ ਹੁਣ ਸਮਝ ਆਉਣ ਲੱਗ ਪਈ ਹੈ। ਹੁਣ ਮੈਂ ਦੁੱਧ, ਅੱਗੇ ਦੁੱਧ ਲੈ ਕੇ ਆਉਂਦਾ ਸੀ ਸ਼ਿਵ ਜੀ ਦੇ ਮੰਦਰ ਚੜਾਉਣ ਵਾਸਤੇ, ਹੁਣ ਮੈਂ ਆਪਣੀ ਵਾਈਫ ਨੂੰ ਕਹਿੰਦਾ ਨਹੀਂ, ਦੁੱਧ ਲੈ ਆਂਦਾ ਆਪਾਂ ਕਿਸੇ ਲੋੜਵੰਦ ਨੂੰ ਦੇਣਾ ਹੈ, ਉਹ ਚਾਹ ਬਣਾ ਕੇ ਪੀਵੇਗਾ, ਆਪਣੇ ਬੱਚੇ ਨੂੰ ਜਾ ਕੇ ਦੁੱਧ ਪਿਆਏਗਾ, ਜਿਨ੍ਹਾਂ ਵਿੱਚ ਪਰਮੇਸ਼ਰ ਵਸਦਾ ਉਹਨਾਂ ਦੀ ਆਪਾਂ ਸੇਵਾ ਕਰੀਏ। ਬਹੁਤ ਹਿੰਦੂ ਵੀਰ ਵੀ ਨੇ ਸਾਡੇ ਜਿਹੜੇ ਹੁਣ ਇਸ दलदल विचों बाहर निकल आए ने, जिहड़े हुण देवी देवतियां की पूजा तो बाहर आके एक अकाल की पूजा करते हैं। वो कहते ने भाई सानूं समझ आ गया, बाणी कुछ होर दसदी है, बाणी विच सानूं कोई गुरु साहब की कोई निजी विरोधता थोड़ी सी, जां ते गुरु साहब दूजिਆਂ ਨੂੰ कह के आप भगवान बना के अपनी पूजा करते हो। सानूं तो दस्सिया भाई वो परमेश्वर नाल सांझ पाओ जिहड़ा जम्मण मरण तो रहत है। तो इस करके जदों ये शब्द आउंदे ने, जिवें पिछे जे आप जी नूं पता है कि साडे कुछ अखौती लीडर भी उन्होंने खुश कर ली सिर्फ वोटां की खातर इदां दे शब्द बोलते हैं। 2533 वार राम शब्द गुरबाणी विच आया है, तो वह आया भी दशरथ दे पुत्र भगवान राम लई, इदां दे शब्द बोल आए। तो तुकां भी उत्थे उन्होंने बोलियां सी, ना वो मरै, इदां दे शब्द, ना ठागे जाहे जिनके राम वसे मन माहे। वेखो साध संगत जी, ये श्री रामचंद्र वास्ते गुरु नानक साहब ने शब्द वरते है, ना वो मरे ना ठागे जाहे जिनके राम वसे मन माहे। तो भलिओ बाणी पढ़ी होंदी पता होंदा भी ये भी श्लोक गुरु नानक साहब जी जिथे लिखा राम झुरै दल मेलवै, वो झुर रहा है मन में झूरे रामचंद, जिहड़ा झूर रहा है
वो ठगिया क्यों ना गया? तो मतलब ठगिया गया तां ही झुर रहा ना भी भाई मेरा परिवार के जी मेरे को विछड़ गए ने। उत्थे राम कौन है? अकाल पुरख वाहिगुरू। ना वो मरै ना ठागे जाहे, ना वो आत्मक मौते मरते ने, आत्मक तौर पर उन्होंने मौत होंदी है, ना वो किसी विषय वकार तो ठगे जाते हैं। किहड़े? जिनके राम वसै मन माहे, जिन्हां दे अंदर रमिया होया परमात्मा प्रगट हो जाता है, वस जाता है, टिक जाता है। साधो रचना राम बनाई, दूजी तो को ना बोली उत्थे लीडर ने, अखौती लीडर ने। वो कहता जी साधो रचना राम बनाई, ये जिहड़ी रचना है ये तो राम ने बनाई हुई है। किहड़े राम ने? दशरथ दे पुत्र भगवान। नहीं भाई, इत्थे अकाल पुरख की गल हो रही है, वाहिगुरू की गल हो रही है, उस मालक की गल हो रही। तो खैर लीडरां नूं अक्सर कहीदा तुहाडा काम वोटां मंगणियां, वोटां मंगण। जे तुहानूं बाणी बारे नहीं पता तो तुसीं 4 वोटां बदले गुरबाणी के शब्दां नूं तोड़ मरोड़ के तुसीं क्यों पेश कर रहे हो भाई? तो इस करके हुण सुचेत होने की लोड़ है, जागण की लोड़ है। जो हर सरोता गुरुद्वारे जाने वाला घरां 'च बैठ के आप बाणी समझो, पढ़ो, अर्थ विचारो, ताकि सानूं पता लग जाए सानूं कित्थे गुमराह किया जा रहा है। इन्हां शब्दों में सतगुरु जी ने कोई उन्हां बारे कोई इतराजयोग शब्द नहीं वरत रहा, जो वो खुद मंनदे। निंदिया पता किहड़ी हुंदी है? निंदिया हुंदी है जिहड़ी अगला ना मन्ने, तुसीं कोलों गल बना के पेश करो। हुण एक बंदा दारू पींदा है, तुसीं कह दो भी वो दारू पींदा है, निंदिया थोड़ा वो पींदा है। एक बंदा पींदा नहीं, तुसीं उहनूं बदनाम कर दिओ, ये निंदिया। भी तुसीं फुੱਲ नूं कंडा करे। एक बंदा बेईमानी करदा है, तुसीं कह दो बेईमान है, तो गल ठीक है। एक बंदा बेईमान है नहीं, पर तुसीं लोकां 'च पेश कर रहे हो भाई भी ये बंदा बेईमानी कर रहा है। उत्थे है भी वो तुसीं उहनूं फुੱਲ नूं कंडा कह के पेश कर रहे हो। ये जिहड़ियां गल्लां बाणी 'च लिखियां, जिन्नियां गल्लां गुरबाणी 'च भावें वो रामचंद्र बारे, भावें कृष्ण बारे, भावें हनुमान जी बारे, जिन्हां बारे भी लिखियां ने, इन्नियां को खुद आप मानते हैं। तो उसे नूं आधार बना के सतगुर ने बाणी 'च पेश किया कि भाई गुरमत आ इदां तुसीं उन्हां नूं भगवान बना के पेश कर दो। जिहड़ी गल गुरमत तो कुहां दूर है। तो प्रॉब्लम उदों आउंदी जदों साडे कुछ शब्द सख्त बोल दिंदे ने, अगलियां नूं फिर प्रॉब्लम आउंदी है। तो जां हदों वध थल्ले जाके भगवान बना के पेश किया जा रहा है। वो भी गल्लां ना तो असीं भावना के वहन 'च ही बहना है, तो ना असी को चुभण वाला शब्द ही बोलना। दोनों पक्षों तो असी बड़ा सुचेत होकर जिहड़ा वा विचरण की कोशिश करनी है। क्योंकि प्रोफैसर साहब सिंह वर्गी महान शख्सियत एक हिंदू परिवार च पैदा होकर किन्ने सोहणे तरीके नाल उन्होंने शब्दों के अर्थ किए हैं। तो शायद सुरत विच ये गल भी ना आउण दित्ती होवे कि भाई बाणी सानू कोई मजाक कर रही है। नहीं, बाणी सानू सगों उस दलदल चों बाहर कढ़ के सानू उस परमात्मा नाल जोड़ रही है जिहड़ा जम्मण मरण तो रहत है। तो आओ साध संगत तां ही बेनती करीदी है, आप बाणी पढ़ो, आप समझो, आप विचारो। एक एक शब्द गुरु साहब जी का कीमती विचारन की लोड़ है सानू, ताकि असी गुरबाणी नूं समझ सकीए। असी रांची जाने उत्थे बड़े साडे हिंदू भरा जिहड़े अपने गुरुद्वारे समागम कराउंदे, जिन्होंने गुरुद्वारे आउंदे ने, वो इन्हां शब्दां नूं सुन के खुश होंदे। पता लगदा कि भाई वेखो गुरु साहब जी ने ये पक्ष समाज के सामने पेश करके बड़ा वड्डा परोपकार समाज के उत्ते कीता है ते दुनिया नूं सेध बख्शिश कीती है। आओ नानक वे प्रवाह सो किरत ना मिटही राम, आओ उस वे प्रवाह मालक नाल सांझ पाईए ते असीं दुनियावी जिहड़ा अवतारवाद है उहदे तो अपनी सुरत नूं तोड़ के धर जियरे एक टेक तूं लाह बिडानी आस, नानक नाम ध्याईए कारज आवे रास वाली विचार नूं जिंदगी का आधार बनाईए। ये सी 25 ਅਤੇ 26 दोनों सलोकों की विचार जी आप रल के सांझ की है। साध संगत जी कोशिश करो, आप सहज पाठ करो, आप गुरबाणी के शब्दों को भावें एक एक सलोक ही रोज़ एक एक शब्द आप पढ़ो, आप पढ़ने की कोशिश करो। सारिਆਂ ਦਾ धन्यवाद जी। इन्ने एक बचन प्रवान करने अदब सत्कार नाल फतेह बुलाओ। साध संगत जी वाहिगुरू जी का खालसा वाहिगुरू जी की फतेह।